ਵਧੀਆ ਗੱਲ ਨਾਲ ਪ੍ਰੋਗਰਾਮ ਦਾ ਬਕਾਇਦਾ ਆਗਾਜ਼ ਕਰਨੇ ਆ ਤੇ ਸਾਡੇ ਸਟੂਡੀਓ ਦੇ ਵਿੱਚ ਇੱਕ ਐਸੀ ਸ਼ਖਸੀਅਤ ਮੌਜੂਦ ਨੇ ਜਿਹੜਾ ਕਿ ਜਿਨ੍ਹਾਂ ਦਾ ਸ਼ਾਇਰੀ ਨਾਲ ਤਾਲੁਕ ਹੈ, ਕੌਲਮ ਨਿਗਾਰੀ ਨਾਲ ਤਾਲੁਕ ਹੈ ਔਰ ਜ਼ੁਬਾਨ ਦੇ ਅਤਬਾਰ ਨਾਲ ਕਾफ़ी ਐਫਰਟਸ ਕਾफ़ी ਕੋਸ਼ਿਸ਼ਾਂ ਜਿਹੜੀਆਂ ਨੇ ਉਹ ਕਰ ਰਹੇ ਨੇ। ਪੈਦਾਇਸ਼ ਗੁਜਰਾਤ 'ਚ ਹੁੰਦੀ ਹੈ ਔਰ ਤਕਰੀਬਨ ਕਾफ़ੀ ਅਰਸੇ ਤੋਂ ਉਹ ਗੁਜਰਾਂਵਾਲਾ 'ਚ ਰਹਿ ਰਹੇ ਨੇ ਔਰ ਫੇਰੇ ਉਹ ਲਾਹੌਰ ਦੇ ਪਾਉਂਦੇ ਰਹਿੰਦੇ ਨੇ। ਇਸ ਤਰ੍ਹਾਂ ਤਰ੍ਹਾਂ ਸ਼ਹਿਰਾਂ 'ਚ ਉਹਨਾਂ ਦੀ ਜ਼ਿੰਦਗੀ ਕਾफ़ੀ ਜ਼ਿਆਦਾ ਕੱਟੀ ਗਈ ਹੈ। ਇਸ ਤੋਂ ਇਲਾਵਾ ਵੀ ਉਹ ਮੁਖਤਲਿਫ ਸ਼ਹਿਰਾਂ ਦੇ ਵਿੱਚ ਯਕੀਨੀ ਤੌਰ 'ਤੇ ਜਾ ਕੇ ਕੰਮ ਕਰਦੇ ਰਹੇ ਨੇ। ਪਿਆਰ ਭੁਲੇਖਾ ਦੇ ਨਾਂ ਤੋਂ ਇਹਨਾਂ ਦੀ ਕਿਤਾਬ ਛਾਪੇ ਚੜ੍ਹਨ ਵਾਲੀ ਹੈ ਔਰ ਕਾਸਾ ਚਸ਼ਮ ਜਿਹਦੇ ਵਿੱਚ ਉਰਦੂ ਸ਼ਾਇਰੀ ਸੀ ਉਹ ਮਾਰਕੀਟ 'ਚ ਆ ਗਈ ਹੈ, ਲੋਕੀ ਲੈ ਕੇ ਪੜ੍ਹ ਸਕਦੇ ਹੋ ਤੁਸੀਂ। ਅਤੀਕ ਅਨਵਰ ਰਾਜਾ ਸਾਹਿਬ ਸਾਡੇ ਨਾਲ ਮੌਜੂਦ ਹੈਗੇ ਨੇ। अस्सलाम वालेकुम जी। वालेकुम सलाम जी। कैसी तबीयत है राजा साहब जी अल्हम्दुलिल्लाह, अल्लाह दा करम बड़ा। और साडा रंगला सैट कैसा लग रहा पंजाब दिसदा ਇਹਦੇ 'ਚ? बिल्कुल पंजाब दसदा ते जी, बिल्कुल पंजाब दिसदा, सोहना पंजाब दसदा ते माशाअल्लाह। अच्छा कॉलम निगारी भी तुसी कीती और शायरी ਜਿਹੜੀ ਉਰਦੂ ਪੰਜਾਬੀ ਦੋਵਾਂ ਜ਼ੁਬਾਨਾਂ 'ਚ ਕਰ ਰਹੇ ਹੋ, ਥੋੜੀ ਜੀ ਕਹਾਣੀ ਵੀ ਤੁਸੀਂ ਲਿਖੀ ਪੰਜਾਬੀ ਦੀ, ਫਿਰ ਉੱਥੋਂ ਤੁਸੀਂ ਰੁੱਖ ਮੋੜ ਕੇ ਉਰਦੂ ਅਫਸਾਨੇ ਵੱਲ ਵੀ ਚਲੇ ਗਏ ਹੋ ਤੇ ਇਹਨੇ ਜਿਹੜੇ ਰੰਗ ਚੱਖਣ ਦਾ ਇੱਕ ਤੇ ਦੱਸੋ ਕਿ ਕੀ ਵਜ੍ਹਾ ਬਣੀ ਔਰ ਦੂਸਰਾ ਸ਼ਾਇਰੀ ਦਾ ਆਗਾਜ਼ ਜਿਹੜਾ ਉਹ ਕਦੋਂ ਹੁੰਦਾ? हाँ, तुसी दो तीन सवाल कीते ने बड़े अच्छे ने, सारे तकरीबन कालम लिखना तो शुरू तो मैं कीता तकरीबन अज तो कोई 20 साल पहले, लेकिन मैनू याद है कि पहला शेर मैं स्कूल पढ़दे किया सी 9वीं या क्लास या 10वीं दे विच। उस तो बाद मुख्तलिफ शहरों जाना होया, मुख्तलिफ तलीमी इदारियां जाना होया, उस तो बाद मुख्तलिफ जिहड़े ने वो रंग देखे, मुख्तलिफ काम कीते, लोकां नूं मिले ते अलहमरा दे विच टी हाउस दे विच जवानी दे बहुत सारे साल लाहौर दीयां गलियां च गुजारे। ਇੱਥੇ ਬਹੁਤ ਸਾਰੇ ਮੁਸ਼ਾਇਰੇ ਸੁਣੇ, ਬਹੁਤ ਸਾਰੀ ਤਕਰੀਬਾਤ ਅਟੈਂਡ ਕੀਤੀਆਂ ਤੇ ਉਹਨਾਂ ਨੂੰ ਦੇਖ ਕੇ ਲੋਕਾਂ ਨੂੰ ਫਿਰ ਸ਼ਾਇਰੀ ਜਿਹੜਾ ਇੱਕ ਉਹ ਨਹੀਂ ਸੀ, ਬਚਪਨ ਦਾ ਇੱਕ ਸ਼ੌਕ ਸੀ ਜਿਹੜਾ ਇੱਕ ਲੱਗਨ ਸੀ, ਜਾਂ ਕਹਿੰਦੇ ਨਾ ਸ਼ਾਇਰੀ ਇੱਕ ਬੰਦਾ ਸ਼ਾਇਰ ਬਣਦਾ ਨਹੀਂ, ਇੱਕ ਰੱਬ ਦੀ ਅਤਾ ਹੁੰਦੀ ਹੈ, ਉਹ ਅੰਦਰ ਕੋਈ ਨਾ ਕੋਈ ਚੀਜ਼ ਹੈ ਸੀ। ਲੇਕਿਨ ਜਦੋਂ ਮਹਿਫਲਾਂ ਅਟੈਂਡ ਕੀਤੀਆਂ, ਜਦੋਂ ਅਲਹਮਰਾ ਦੇ ਮੁਸ਼ਾਇਰੇ ਦੇਖੇ, ਟੀ ਹਾਊਸ ਦੀਆਂ ਬੈਠਕਾਂ ਦੇਖੀਆਂ ਤੇ ਫਿਰ ਉਹ ਸ਼ੇਰ ਜਿਹੜਾ ਰੈਗੂਲਰ ਕਹਿਣ ਦਾ ਨਾ ਸਿਲਸਿਲਾ ਸ਼ੁਰੂ ਹੋ ਗਿਆ ਕੋਈ ਅੱਜ ਤੋਂ 7-8 ਸਾਲ ਪਹਿਲੇ। ਤੇ ਕਾਲਮ ਜਿਹੜਾ ਉਹ ਤਕਰੀਬਨ ਮੈਂ 20 ਸਾਲ ਪਹਿਲੇ ਦਾ ਲਿਖ ਰਿਹਾ। ਕਾਲਮ ਦੇ ਵਿੱਚ ਮੈਂ ਉਰਦੂ ਕਾਲਮ ਵੀ ਲਿਖੇ, ਪੰਜਾਬੀ ਵੀ ਲਿਖੇ। ਪੰਜਾਬ ਦੀਆਂ ਮੁਖਤਲਿਫ ਜਿਹੜੇ ਨੇ ਨਾ ਤੁਹਾਡੇ ਇੱਥੇ ਦੇ ਹਸਤੀਆਂ ਉਹਨਾਂ ਦੇ ਕਾਲਮ ਲਿਖੇ, ਰਣਜੀਤ ਸਿੰਘ 'ਤੇ ਲਿਖਿਆ, ਦੂਸਰੇ ਜਿਹੜੇ ਉਸ ਤੋਂ ਇਲਾਵਾ ਹੋਰ ਜਿੰਨੇ ਬਜ਼ੁਰਗ ਹੋਏ ਨੇ, ਸੂਫੀ ਸ਼ਾਇਰ ਹੋਏ ਨੇ, ਸਰ ਗੰਗਾ ਰਾਮ ਹੋਇਆ, ਮਤਲਬ ਸਾਰਿਆਂ ਦੀ ਇਹਨਾਂ ਦੀ ਡਿਟੇਲ ਕਿਸ ਤਰ੍ਹਾਂ ਆਏ ਦੁਨੀਆ 'ਤੇ, ਕੀ ਕੰਮ ਉਹਨਾਂ ਕੀਤੇ। ਮੈਂ ਕੋਸ਼ਿਸ਼ ਕੀਤੀ, ਕਰਦਾ ਰਹਿਣਾ ਕਿ ਮੈਂ ਆਪਣੇ ਕਲਮ ਦੇ ਜ਼ਰੀਏ ਪੰਜਾਬ ਦੇ ਜਿੰਨੇ ਵੀ ਹੀਰੋ ਹਨ, ਜਿੰਨੇ ਵੀ ਲੋਕਾਂ ਜਿਸ ਰੰਗ ਦੇ ਵਿੱਚ ਕੰਮ ਕੀਤਾ ਹੈ, ਇਸ ਸੋਹਣੇ ਪੰਜਾਬ ਦੀ ਖਿਦਮਤ ਕੀਤੀ ਹੈ, ਮੈਂ ਆਪਣੇ ਕਲਮ ਦੇ ਜ਼ਰੀਏ ਉਹਨਾਂ ਦੀ ਗੱਲ ਕਰਦਾ ਰਹਿਣਾ। ਇਹ ਤਾਂ ਵਧੀਆ ਗੱਲ ਕਰ ਰਹੇ ਹੋ, ਲੇਕਿਨ ਜਿਹੜੇ ਸਾਡੇ ਪੰਜਾਬ ਦੇ ਹੀਰੋ ਨੇ, ਜੀ ਜੀ, ਰਾਏ ਅਹਿਮਦ ਖਾਨ ਖਰਲ ਹੋ ਜਾਏ, ਦੁੱਲਾ ਪੱਟੀ, ਅਬਦੁੱਲਾ ਪੱਟੀ ਅਸਲੀ ਨਾਂ ਔਰ ਦੁੱਲਾ ਪੱਟੀ ਦੇ ਨਾਂ ਤੋਂ ਅਸੀਂ ਜਾਣਦੇ ਹਾਂ। ਇਸ ਤੋਂ ਇਲਾਵਾ ਜਸਰਤ ਖੋਖਰ ਹੋ ਜਾਏ, ਮੁਰਾਦ ਫਤਿਆਣਾ ਹੋ ਜਾਏ, ਇਸ ਤਰ੍ਹਾਂ ਹੋਰ ਵੀ ਟੇਰਾਂ ਟੇਰ ਨਾਂ ਸਾਡੇ ਸਾਹਮਣੇ ਆਉਂਦੇ ਨੇ। ਇਹਦੇ ਬਾਰੇ ਨੌਜਵਾਨ ਪੀੜ੍ਹੀ ਨਹੀਂ ਜਾਣਦੀ, ਇਹਦੀ ਕੀ ਵਜ੍ਹਾ? ਮੈਂ ਸਭ ਤੋਂ ਅਰਜ਼ ਕੀਤਾ ਨਾ ਕਿ ਮੈਂ ਕੋਸ਼ਿਸ਼ ਕਰਦਾ ਰਹਿਣਾ ਕਿ ਜਿਹੜੇ ਸਾਡੇ ਹੀਰੋ ਨੇ ਨਾ, ਉਹਨਾਂ ਦੀ ਨਾਲ ਪਛਾਣ ਆਪਣੀ ਨਸਲ ਦੀ ਕਰਵਾਈ ਜਾਏ। ਰਾਏ ਅਹਿਮਦ ਖਾਨ ਖਰਲ 'ਤੇ ਮੈਂ ਇੱਕ ਕਾਲਮ ਲਿਖਿਆ ਸੀ ਅੱਜ ਤੋਂ 2-3 ਸਾਲ ਪਹਿਲੇ, ਅਤੇ ਮੈਨੂੰ ਬਹੁਤ ਸਾਰੇ ਬੰਦਿਆਂ ਨੇ ਪੁੱਛਿਆ ਕਿ ਕੌਣ ਹੈ ਬੰਦਾ, ਅਤੇ ਜਦੋਂ ਉਹਨਾਂ ਦੱਸਿਆ ਕਿ ਕੌਣ ਬੰਦਾ, ਇਹਦੀਆਂ ਕੀ ਖਿਦਮਾਤ ਨੇ, ਕਿੱਡਾ ਜਵਾਨ ਬੰਦਾ ਸੀ, ਇਸ ਉਮਰ ਦੇ ਜਾ ਕੇ ਵੀ ਇਹਨੇ ਕਿਸ ਤਰ੍ਹਾਂ ਜ਼ਾਲਮਾਂ ਨੂੰ ਲਲਕਾਰਿਆ ਅਤੇ ਆਪਣੇ ਦੇਸ਼ ਨਾਲ ਉਹਦੀ ਮਿੱਟੀ ਦੇ ਮੁਹੱਬਤ ਦਾ ਹੱਕ ਅਦਾ ਕੀਤਾ, ਅਤੇ ਬਹੁਤ ਸਾਰੇ ਲੋਕ ਹੁਣ ਇਹਨੂੰ ਜਾਣੂ ਨੇ। ਸਿਰਫ ਸਾਡੇ ਕੋਲ ਭੁੱਲ ਇੱਕ ਹੋਈ ਹੈ ਕਿ ਅਸੀਂ ਕੋਸ਼ਿਸ਼ ਨਹੀਂ ਕੀਤੀ ਆਪਣੇ ਨਾ, ਸਾਡੇ ਜਿਵੇਂ ਪਹਿਲੇ ਦਾਦੀਆਂ ਹੁੰਦੀਆਂ ਸੀ, ਨਾਨੀਆਂ ਹੁੰਦੀਆਂ ਸੀ, ਉਹ ਬੱਚਿਆਂ ਨੂੰ ਆਪਣੇ ਵੱਡਿਆਂ ਦੀ ਗੱਲ ਸੁਣਾਉਂਦੀ ਰਹਿੰਦੀਆਂ ਸੀ। ਹੁਣ ਇਹ ਕੁਝ ਸਿਲਸਿਲਾ ਰੁਕਿਆ ਸੀ, ਅਤੇ ਬਹਰਹਾਲ ਮੈਂ ਕੋਸ਼ਿਸ਼ ਕਰਦਾ ਰਹਿੰਦਾ ਕਿ ਮੁਖਤਲਿਫ ਦੋਸਤਾਂ ਨੂੰ ਲੈ ਕੇ ਬਾਬਿਆਂ ਦੇ ਡੇਰਿਆਂ 'ਤੇ ਜਾਂਦਾ, ਉਹਨਾਂ ਦੇ ਦਰਬਾਰਾਂ 'ਤੇ ਜਾਂਦਾ, ਫਿਰ ਜਿੱਥੇ ਜਿੱਥੇ ਕੋਈ ਹਸਤੀ ਹੈ ਅਸੀਂ ਉਹਨਾਂ ਨੂੰ ਵੀ ਸਲਾਮ ਕਰਨ ਜਾਂਦੇ ਹਾਂ। ਫਿਰ ਮੈਂ ਆਪਣੇ ਕਾਲਮ ਦੇ ਜ਼ਰੀਏ ਪੈਗਾਮ ਦਿੰਦਾ ਕਿ ਇਹ ਜਿਹੜਾ ਬੰਦਾ ਕਦੋਂ ਪੈਦਾ ਹੋਇਆ ਸੀ, ਇਹਦੀ ਕੀ ਖਿਦਮਾਤ ਨੇ। ਅਤੇ ਫਿਰ ਹੋਰ ਵੀ ਲੋਕ ਜਿਹੜੇ ਨੇ ਨਾ ਮੇਰੇ ਜਾਣਨ ਵਾਲੇ, ਮੇਰੇ ਹਲਕਾ ਹਬਾਬ ਦੇ ਵਿੱਚ ਸੋਸ਼ਲ ਮੀਡੀਆ ਇਹਦਾ ਬੜੀ ਦੂਰ ਤੱਕ ਇਹਦਾ ਜਾਂਦਾ ਤਲਕ ਹੈ ਇਹਦਾ, ਲੋਕ ਫਿਰ ਇਹਨੂੰ ਦੇਖ ਕੇ ਉਹ ਬਕਾਇਦਾ ਜਿਹੜੇ ਨਾ ਫਿਰ ਉਹ ਇੱਕ ਰੀਤ ਬਣ ਜਾਂਦੀ, ਇੱਕ ਰਸਮ ਬਣ ਜਾਂਦੀ, ਲੋਕ ਜਾਣਦੇ ਨੇ ਪਏ। ਬਾਕੀ ਜਿੰਨਾ ਵੱਡਾ ਨਾਮ ਹੈ ਰਾਏ ਅਹਿਮਦ ਖਾਨ ਖਰਲ ਦਾ, ਉਸ ਹਵਾਲੇ ਨਾਲ ਅਸੀਂ ਉਹਨੂੰ ਨਹੀਂ ਪਛਾਣ ਸਕਦੇ ਹੋਏ ਪਏ, ਜਾਂ ਅਸੀਂ ਉਸ ਮੈਂ ਕਹਿੰਦਾ ਜਿਸ ਦਿਨ ਅਸੀਂ ਆਪਣੇ ਰਾਏ ਅਹਿਮਦ ਖਾਨ ਖਰਲ ਹੋ ਗਿਆ, ਦੁੱਲਾ ਪੱਟੀ ਹੋ ਗਿਆ, ਇਹਨਾਂ ਨੂੰ ਅਸੀਂ ਉਹਨਾਂ ਦੀ ਸ਼ਖਸੀਅਤ ਦੇ ਹਵਾਲੇ ਨਾਲ ਜਾਣ ਕੇ, ਪਛਾਣ ਕੇ, ਉਹਨਾਂ ਦਾ ਮਕਾਮ ਦੇ ਦਿੱਤਾ ਨਾ, ਅਸੀਂ ਖਲੋ ਜਾਵਾਂਗੇ, ਸਾਡੀ ਪਛਾਣ ਆਪਣੀ ਵੱਧ ਜਾਏਗੀ। ਅੱਛਾ ਰਾਜਾ ਸਾਹਿਬ, ਜਿਸ ਤਰ੍ਹਾਂ ਅਲੀ ਗੱਲ ਕਰ ਰਹੇ ਸੀ ਕਿ ਜਿੰਨੇ ਵੀ ਆਜ਼ਾਦੀ ਦੇ ਮਤਵਾਲੇ ਇਹਨਾਂ ਨੇ ਜਿਨ੍ਹਾਂ ਦੀ ਵੀ ਜ਼ਿਕਰ ਕੀਤਾ, ਉਹ ਸਾਰੇ ਦੇ ਸਾਰੇ ਉਹ ਜਿਨ੍ਹਾਂ ਨੇ ਆਜ਼ਾਦੀ ਵਾਸਤੇ ਅੰਗਰੇਜ਼ਾਂ ਨਾਲ ਖਾਸ ਤੌਰ 'ਤੇ ਜੰਗ ਕੀਤੀ ਅਤੇ ਪੰਜਾਬ ਦੀ ਧਰਤੀ 'ਚੋਂ ਉੱਠੇ ਨੇ। ਅਤੇ ਇਹਨਾਂ ਵਾਸਤੇ ਇਹ ਨਹੀਂ ਲੱਗਦਾ ਕਿ ਜਿਵੇਂ ਅਸੀਂ ਜਿੰਨੀਆਂ ਵੀ ਕਿਤਾਬਾਂ ਪੜ੍ਹਨੇ ਆ, ਜਿਹੜਾ ਸਾਡਾ ਹਮਸਾਇਆ ਮੁਲਕ ਹੈ, ਉਹਨੇ 'ਤੇ ਜਿੰਨੇ ਵੀ ਆਪਣੇ ਉਹਨਾਂ ਦੇ ਮਿੱਟੀ 'ਚੋਂ ਜਿੰਨੇ ਵੀ ਲੋਕ ਪੈਦਾ ਹੋਏ, ਜਿਨ੍ਹਾਂ ਨੇ ਜੰਗਾਂ ਕੀਤੀਆਂ ਜਾਂ ਆਪਣੇ ਇਲਾਕੇ ਵਾਸਤੇ ਲੜੇ, ਉਹਨਾਂ ਨੂੰ ਉਹਨਾਂ ਨੇ ਰਿਕਗਨੀਸ਼ਨ ਦਿੱਤੀ ਹੈ, ਉਹਨਾਂ ਦੀ ਸ਼ਨਾਖਤ ਦਿੱਤੀ ਹੈ।
ਸਾਡੇ ਕੋਲ ਤੇ ਇਸ ਤਰ੍ਹਾਂ ਦਾ ਲਿਟਰੇਰੀ ਜਿਹੜਾ ਮਵਾਦ ਹੈ ਉਹੀ ਨਹੀਂ ਮਿਲਦਾ। ਜਿਸ ਤਰ੍ਹਾਂ ਤੁਸੀਂ ਰਾਏ ਅਹਿਮਦ ਖਰਲ ਦੀ ਗੱਲ ਕਰ ਰਹੇ ਹੋ, ਉਹਨਾਂ ਦੇ ਨਾਲ ਹੋਰ ਵੀ ਜਿੰਨੇ ਵੀ ਉਹਨਾਂ ਦੇ ਸਾਥੀ ਸੀ ਜਿਨ੍ਹਾਂ ਨੇ ਮਿਲ ਕੇ ਸਾਰਾ ਕੁਝ ਕੀਤਾ, ਉਹਨਾਂ ਵਾਸਤੇ ਅਸੀਂ ਜਦੋਂ ਇੰਟਰਨੈਟ 'ਤੇ ਵੀ ਲੱਭਣ ਤੁਰੀਏ ਤੇ ਸਾਨੂੰ ਕੋਈ ਡਾਟਾ ਨਹੀਂ ਲੱਭਦਾ। ਕੋਈ ਇੱਕਾ ਦੁੱਕਾ ਲੋਕ ਨੇ ਜਿਨ੍ਹਾਂ ਨੇ ਉਹਨਾਂ ਬਾਰੇ 'ਚ ਕਹਿ ਦਿੱਤਾ, ਜਾਂ ਤੇ ਉਹਨਾਂ ਦੇ ਜਾਣਨ ਵਾਲੇ ਸੀ ਤੇ ਜਾਂ ਫਿਰ ਉਹਨਾਂ ਦੀ ਫੈਮਿਲੀ ਦੇ ਵਿੱਚੋਂ ਸੀ, ਅਦਰਵਾਈਜ਼ ਸਾਨੂੰ ਨਹੀਂ ਮਿਲਦਾ। ਤੇ ਤੁਸੀਂ ਅਦਬ ਨੂੰ ਕਿੰਨਾ ਕੁ ਰਿਲੇਟ ਕਰਦੇ ਹੋ ਇਹਦੇ ਨਾਲ? ਜੀ, ਤੁਸੀਂ ਇਹ ਗੱਲ ਕੀਤੀ ਸੀ ਕਿ ਜਿਹੜਾ ਸਾਡਾ ਇੰਟਰਨੈਟ 'ਤੇ ਮਵਾਦ ਨਹੀਂ ਮਿਲਦਾ ਹੈ, ਵੀ ਕਿਤਾਬਾਂ ਨਹੀਂ ਮਿਲਦੀਆਂ। ਕਿਤਾਬਾਂ ਤਾਂ ਬਿਲਕੁਲ ਇਹਨਾਂ ਵਾਸਤੇ ਇਹਨਾਂ ਦੀਆਂ ਹੈ ਨਾ, ਲੋਕਾਂ ਨੇ ਲਿਖੀਆਂ ਨੇ, ਲੇਕਿਨ ਉਹ ਕਿਤਾਬਾਂ ਜਿੱਥੇ ਪਈਆਂ ਨੇ ਉੱਥੇ ਆਮ ਬੰਦੇ ਰਸਾਈ ਨਹੀਂ ਹੈ ਵੀ ਸਾਡੇ ਆ। ਬਲਕਿ ਅੱਜ ਤਾਂ ਸਬਰ ਹੋ ਗਿਆ ਕਿ ਬੁੱਕ ਸ਼ਾਪ ਦਾ ਮਤਲਬ ਸਿਰਫ ਹੈ ਕਿ ਸਿਲੇਬਸ ਕਿਤਾਬਾਂ। ਬਹੁਤ ਸਾਰੇ ਲੋਕ ਸਿਰਫ ਸਿਲੇਬਸ ਕਿਤਾਬਾਂ ਖਰੀਦਦੇ ਨੇ ਅਤੇ ਕਿਤਾਬ ਖਰੀਦ ਕੇ ਪੜ੍ਹਨ ਦਾ ਰਿਵਾਜ ਖਤਮ ਹੋ ਗਿਆ। ਸ਼ਾਇਰੀ ਦੀ ਗੱਲ ਕੀਤੀ ਇਹਨਾਂ ਨੇ, ਮੇਰੀ ਕਿਤਾਬ ਆਈ ਸੀ ਪਹਿਲੀ, ਅਤੇ ਮੇਰੇ ਖਿਆਲ ਸ਼ਾਇਦ ਹੀ ਮੈਂ ਕਿਤਾਬ ਕੋਈ ਵੇਚੀ ਹੋਵੇ ਜਾਂ ਵਿਕੀ ਹੋਵੇ। ਅੱਜ ਸਾਡਾ ਜਿਹੜਾ ਨਾ ਉਹ ਇਹ ਦੌਰ ਆ ਗਿਆ ਕਿ ਲੋਕ ਕਿਤਾਬ ਖਰੀਦ ਕੇ ਨਹੀਂ ਪੜ੍ਹਦੇ ਆ ਵੀ। ਕੋਈ ਦੌਰ ਸੀ ਕਿ ਮੈਂ ਇੱਥੋਂ ਲਾਹੌਰ ਆਉਂਦਾ ਸੀ ਅਤੇ ਮੈਂ ਸਪੈਸ਼ਲ ਇੱਥੋਂ ਅਨਾਰਕਲੀ ਤੋਂ 15 ਕਿਤਾਬਾਂ 10 ਕਿਤਾਬਾਂ ਮੈਂ ਖਰੀਦ ਕੇ ਲੈ ਜਾਂਦਾ ਸੀ ਅਤੇ ਫਿਰ ਉਹ ਮੈਂ ਸਾਰੀਆਂ ਪੜ੍ਹਦਾ ਸੀ। ਇੱਕ ਵਾਰੀ ਪੜ੍ਹਦਾ ਸੀ, 2 ਵਾਰੀ ਪੜ੍ਹਦਾ ਸੀ। ਅਤੇ ਪੰਜਾਬ ਦੇ ਬਹੁਤ ਸਾਰੇ ਜਿਹੜੇ ਨੇ ਨਾ ਹੀਰੋਜ਼, ਉਹਨਾਂ ਦੇ ਬਾਰੇ ਜਾਣਨ ਜਿਹੜਾ ਨਾ, ਜਾਂ ਆਪਣੀ ਮਿੱਟੀ ਦੇ ਕੀ ਇੱਥੇ ਦੇ ਲੋਕਾਂ ਦੇ ਰਸਮ ਰਿਵਾਜ ਨੇ ਜਾਂ ਕੀ ਇੱਥੇ ਸਕਾਫਤ ਹੈ, ਉਹ ਕਿਤਾਬਾਂ ਦੇ ਰਾਹੀਂ ਮਿਲਦੀ ਹੈ। ਕਿਤਾਬਾਂ ਦੇ ਵਿੱਚ ਹੀ ਸਾਨੂੰ ਜਿਹੜਾ ਨਾ ਉਹ ਸਾਡਾ ਪੁਰਾਣਾ ਪਿਛੋਕੜ ਮਿਲਦਾ ਹੈ। ਅਤੇ ਅੱਜ ਅਲਮੀਆ ਇੱਕ ਇਹ ਹੈ ਕਿ ਵੈਸੇ ਤਾਂ ਮੇਰਾ ਖਿਆਲ ਹੈ ਕਿ ਪਿਛਲੇ 5-7 ਸਾਲ ਤੋਂ ਪੰਜਾਬੀ ਦੀ ਪਹਿਚਾਣ ਵੱਧਦੀ ਜਾ ਰਹੀ ਹੈ। ਪੰਜਾਬੀ ਜ਼ਬਾਨ ਨੂੰ ਜਿਹੜਾ ਨਾ ਉਹਦਾ ਕੁਝ ਨਾ ਕੁਝ ਮੁਕਾਮ ਮਿਲਦਾ ਪਿਆ। ਲੇਕਿਨ ਪੰਜਾਬੀ 'ਚ ਸ਼ਾਇਰੀ ਬਹੁਤ ਜ਼ਿਆਦਾ ਹੋ ਰਹੀ ਹੈ, ਮੁਸ਼ਾਇਰੇ ਬਹੁਤ ਹੁੰਦੇ ਨੇ। ਬਲਕਿ ਕੋਈ ਵੀ ਮੁਸ਼ਾਇਰਾ ਹੋ ਜਾਏ ਉਹਦੇ ਵਿੱਚ ਲੋਕ ਪੰਜਾਬੀ ਸ਼ਾਇਰੀ ਜ਼ਰੂਰ ਪੜ੍ਹਦੇ ਨੇ, ਕਿਉਂਕਿ ਪੰਜਾਬੀ ਸ਼ਾਇਰੀ ਪੜ੍ਹਨ ਵਾਲੇ ਨੂੰ ਦਾਦ ਬੜੀ ਮਿਲਦੀ ਹੈ, ਲੋਕ ਪਸੰਦ ਬੜਾ ਕਰਦੇ ਨੇ। ਧਰਤੀ ਦੀ ਜ਼ਬਾਨ ਹੈ ਨਾ, ਮਿੱਟੀ ਦੀ ਜ਼ਬਾਨ ਹੈ, ਤਾਂ ਉਹਦੇ ਵਿੱਚ ਨਾ ਇੱਕ ਜਿਹੜਾ ਨਾ ਉਹ ਬੇਸਾਖਤਾਪਨ ਹੈ, ਲੋਕ ਪਸੰਦ ਕਰਦੇ ਨੇ। ਅੱਛਾ, ਪੰਜਾਬੀ ਸਹਾਫਤ ਦੀ ਥੋੜ੍ਹੀ ਜਿਹੀ ਗੱਲ ਮੈਂ ਇਸ ਲਈ ਕਰਨਾ ਚਾਹਾਂਗਾ ਕਿਉਂਕਿ ਸਹਾਫਤ ਨਾਲ ਤੁਹਾਡਾ ਤਾਲੁਕ ਹੈ। ਪਰਚਾਕਾਰੀ ਪੰਜਾਬੀ ਦੀ ਜਿਹੜੀ ਹੈਗੀ ਹੈ, ਇਹਦੇ ਹਵਾਲੇ ਨਾਲ ਥੋੜ੍ਹਾ ਦੱਸੋ ਕਿ ਪੰਜਾਬੀ ਸਹਾਫਤ ਬਹੁਤ ਘੱਟ ਨਜ਼ਰ ਆਉਂਦੀ ਹੈ ਮੀਡੀਆ ਦੇ ਵਿੱਚ, ਚਾਹੇ ਉਹ ਪ੍ਰਿੰਟ ਮੀਡੀਆ ਚਾਹੇ ਇਲੈਕਟ੍ਰੋਨਿਕ ਮੀਡੀਆ। ਇਹਦੀ ਕੀ ਵਜ੍ਹਾ ਹੋ ਸਕਦੀ ਹੈ ਔਰ ਇਹ ਵੱਧ ਕਿਵੇਂ ਸਕਦੀ ਹੈ? ਪੰਜਾਬੀ ਜਿਹੜਾ ਪਹਿਲੀ ਗੱਲ ਸਰ ਇਹ ਹੈ ਕਿ ਪੰਜਾਬੀ ਲਿਖਣਾ ਜਿਹੜਾ ਨਾ ਉਹ ਬਹੁਤ ਸਾਰੇ ਲੋਕਾਂ ਵਾਸਤੇ ਬੜਾ ਮੁਸ਼ਕਿਲ ਕੰਮ ਹੈ। ਕੰਪੋਜ਼ਰ ਨਹੀਂ ਮਿਲਦਾ ਹੈ ਵੀ, ਅਗਰ ਕੋਈ ਅਖਬਾਰ ਖੋਲ੍ਹ ਲੈਂਦਾ ਹੈ, ਅਗਰ ਕਿਸੇ ਦਾ ਉਹਨੂੰ ਫੰਡ ਨਹੀਂ ਮਿਲਦੇ ਉਸ ਹਵਾਲੇ ਨਾਲ ਜਿਸ ਤਰ੍ਹਾਂ ਦਾ ਹੈ। ਸਿੰਧ ਦੇ ਵਿੱਚ ਕਹਿੰਦੇ ਨੇ ਸਿੰਧੀ ਬਹੁਤ ਸਾਰੇ ਅਖਬਾਰ ਨਿਕਲਦੇ ਨੇ, ਚੱਲਦੇ ਨੇ, ਛਪਦੇ ਨੇ, ਵਿਕਦੇ ਨੇ। ਸਾਡੇ ਸਾਡੇ ਲਾਹੌਰ ਦੇ ਵਿੱਚ ਮੇਰੇ ਖਿਆਲ 2-3 ਸਾਰੇ ਅਖਬਾਰ ਨੇ। ਮੈਂ ਇੱਕ ਅਖਬਾਰ ਦਾ ਐਡੀਟਰ ਰਿਹਾ 2-3 ਸਾਲ, ਹੁਣ ਵੀ ਬਲਕਿ ਹੈ ਆ। ਅਤੇ ਕਿਸੇ ਨੂੰ ਕਹੀ ਕਹਿੰਦੇ ਪੰਜਾਬੀ ਅਖਬਾਰ ਵਿੱਚ ਇਸ਼ਤਿਹਾਰ ਦੇ, ਮੇਰੇ ਬੜੇ ਤਲਕ ਵਾਲੇ ਬੰਦੇ ਨੇ ਉੱਥੇ, ਕਹਿੰਦੇ ਯਾਰ ਪੰਜਾਬੀ ਕੌਣ ਪੜ੍ਹੇਗਾ? ਅਤੇ ਪਹਿਲੀ ਗੱਲ ਇਹ ਕਿ ਸਾਨੂੰ ਲੋਕਾਂ ਨੂੰ ਪੰਜਾਬੀ ਪੜ੍ਹਾਉਣੀ ਪੈਣੀ ਹੈ। ਮੈਨੂੰ ਅੱਜ ਤੋਂ 3-4 ਸਾਲ ਪਹਿਲੇ ਇੱਕ ਬੰਦੇ ਨੇ, ਸ਼ਾਇਦ 6 ਸਾਲ ਪਹਿਲੇ ਜਾਂ 5 ਸਾਲ ਪਹਿਲੇ ਇੱਕ ਬੰਦੇ ਨੇ ਕਿਹਾ, ਰਾਏ ਸਾਹਿਬ ਤੁਸੀਂ ਪੰਜਾਬੀ ਦੇ ਵਿੱਚ ਕਾਲਮ ਲਿਖਿਆ ਕਰੋ। ਅਤੇ ਮੈਂ ਸੋਚੀ ਪੈ ਗਿਆ। ਲੇਕਿਨ ਦੂਸਰੇ ਲਮੇ ਮੈਂ ਕਿਹਾ ਯਾਰ ਬੜੇ ਅਫਸੋਸ ਦੀ ਗੱਲ ਹੈ, ਮੈਂ ਕਹਾਂ ਮੈਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ। ਮੁਸ਼ਕਿਲ ਨਹੀਂ ਪੰਜਾਬੀ ਲਿਖਣੀ, ਸਿਰਫ ਅਸੀਂ ਨਾ ਉਹ ਹੀਲਾ ਨਹੀਂ ਕਰਦੇ, ਅਸੀਂ ਕੋਸ਼ਿਸ਼ ਨਹੀਂ ਕਰਦੇ ਆ ਵੀ। ਤਾਂ ਮੈਂ ਉਸ ਨੂੰ ਸ਼ੁਰੂ ਕੀਤਾ ਤਾਂ ਮੈਂ ਬਹੁਤ ਸਾਰੀ ਕਿਤਾਬਾਂ ਦੇ ਤਬਸਰੇ ਕੀਤੇ, ਬਹੁਤ ਸਾਰੇ ਹੀਰੋ ਜਿਹੜੇ ਨੇ ਇਹਨਾਂ 'ਤੇ ਮੈਂ ਲਿਖਿਆ। ਅਤੇ ਲਿਖਣਾ ਬੜਾ ਸਾਰਾ ਜ਼ਰੂਰੀ ਸਾਨੂੰ, ਬਸ ਹੈ ਨਾ, ਸਾਨੂੰ ਇਹ ਝਾਕਾ ਲਾਉਣਾ ਪੈਣਾ। ਅਤੇ ਸਰ ਮੀਡੀਆ ਸਹਾਫਤ ਉਦੋਂ ਹੀ ਵਧੇਗੀ ਜਦੋਂ ਸਾਡੀ ਸਰਕਾਰਾਂ ਜਿਹੜੀਆਂ ਨੇ ਨਾ ਇਸ ਸਾਡੇ ਮਾਂ ਬੋਲੀ ਦੇ ਜਾਇਜ਼ ਹੱਕ ਨੂੰ ਮੰਨ ਲੈਣਗੀਆਂ। ਮਾਂ ਬੋਲੀ ਸਰ ਜਿਹੜਾ ਸਾਡਾ ਹੱਕ ਹੈ ਨਾ, ਇਹ ਦੁਨੀਆ ਦਾ ਹਰ ਬੰਦਾ ਮੰਨਦਾ। ਮੈਂ ਇੱਕ ਗੱਲ ਕਰਨਾ ਕਿ ਦੁਨੀਆ ਦਾ ਕੋਈ ਜਦੋਂ ਬੱਚਾ ਦੁਨੀਆ 'ਤੇ ਆਉਂਦਾ ਨਾ, ਉਹ ਪਹਿਲਾਂ ਆਪਣੀ ਮਾਂ ਦੀ ਜ਼ੁਬਾਨ ਬੋਲਦਾ ਹੈ। ਅਤੇ ਸਾਡੇ ਬੱਚੇ ਵੀ ਮਾਂ ਦੀ, ਸਾਡੇ ਸਰਕਾਰਾਂ ਵੀ ਪੰਜਾਬੀ ਬੋਲਦੀਆਂ ਨੇ। ਲੇਕਿਨ ਪਤਾ ਨਹੀਂ ਕਿਸ ਵਜ੍ਹਾ ਤੋਂ ਇੱਕ ਅਰਸੇ ਤੋਂ, ਇੱਕ ਮੁੱਦਤ ਤੋਂ ਇਹ ਸਕੂਲ ਤੋਂ ਬਾਹਰ ਹੈ। ਜਦੋਂ ਤੱਕ ਪੰਜਾਬੀ ਸਕੂਲ 'ਚ ਨਹੀਂ ਆਉਂਦੀ, ਕਾਲਜ 'ਚ ਨਹੀਂ ਆਉਂਦੀ, ਇਹਦੇ ਨਾਲ ਜ਼ਰੀਆ ਰੋਜ਼ਗਾਰ ਨਹੀਂ ਜੁੜਦਾ, ਲੋਕਾਂ ਨੇ ਇਹਦੇ ਵੱਲ ਨਹੀਂ ਆਉਣਾ। ਲੋਕਾਂ ਨੇ ਇੱਕ ਐਸੀ ਗੱਲ ਹੈ ਸਰ ਕਿ ਪ੍ਰਾਇਮਰੀ 'ਚ ਪੰਜਾਬੀ ਨਹੀਂ ਹੈ ਅਤੇ BA 'ਚ ਪੰਜਾਬੀ ਹੈ। ਬੁਨਿਆਦ 'ਚ ਹੋਣੀ ਚਾਹੀਦੀ ਹੈ ਨਾ। ਜਦੋਂ ਤੁਸੀਂ ਇੱਕ ਬੁਨਿਆਦ ਸਹੀ ਬਣਾ ਦੋਗੇ, ਨੀਂਹ ਤਗੜੀ ਕਰ ਦੋਗੇ, ਫਿਰ ਉਸ ਤੋਂ ਬਾਅਦ ਜਿਸ ਤਰ੍ਹਾਂ ਦੀ ਮਰਜ਼ੀ ਤੁਸੀਂ ਡਿਜ਼ਾਈਨ ਕਰ ਲਓ, ਫਿਰ ਜਿਸ ਤਰ੍ਹਾਂ ਦੀ ਮਰਜ਼ੀ ਤੁਸੀਂ ਫੁੱਲ ਪਾ ਲਓ। ਬਿਲਕੁਲ ਜ਼ਰੂਰਤ ਸਰ ਇਹ ਹੈ ਕਿ ਪੰਜਾਬੀ ਜਿਹੜੀ ਹੈ ਨਾ, ਜਿਹੜੇ ਅਖਬਾਰ ਚੱਲਦੇ ਨੇ ਪਏ ਉਹਨਾਂ ਨੂੰ ਇਸ਼ਤਿਹਾਰ ਗੌਰਮੈਂਟ ਦੇ ਹੈ, ਕੋਈ ਵੀ ਹੈ, ਨਵੇਂ ਆਉਣ ਵਾਲਿਆਂ ਨੂੰ ਜਿਹੜਾ ਨਾ ਉਹ ਉਹਨਾਂ ਵਾਸਤੇ ਸਹੂਲਤਾਂ ਰੱਖੇ ਅਤੇ ਜ਼ਬਾਨ ਨੂੰ ਇੱਜ਼ਤ ਦਿੱਤੀ ਜਾਏ। ਜਿਹੜਾ ਬੰਦਾ BA ਕਰਦਾ ਹੈ ਪੰਜਾਬੀ 'ਚ, MA ਕਰਦਾ ਹੈ, ਮਾਸਟਰ PhD ਕਰਦਾ ਹੈ, ਉਹਨੂੰ ਫਿਰ ਉਸ ਹਵਾਲੇ ਨਾਲ ਕੋਈ ਅੱਛੀ ਨੌਕਰੀ ਦਿੱਤੀ ਜਾਏ। ਬਿਲਕੁਲ ਇਸੇ ਤਰ੍ਹਾਂ ਹੀ ਹੈ। ਤੁਹਾਡੀ ਸ਼ਾਇਰੀ ਥੋੜ੍ਹੀ ਦੇਰ ਨੂੰ ਸੁਣਨੇ ਆ, ਹੁਣ ਵੇਲਾ ਹੋ ਗਿਆ ਬ੍ਰੇਕ ਦਾ, ਅਤੇ ਬ੍ਰੇਕ 'ਤੇ ਜਾਵਾਂਗੇ, ਵਾਪਸ ਆ ਕੇ ਤੁਹਾਡੀ ਸ਼ਾਇਰੀ ਵੀ ਸੁਣਾਂਗੇ। ਵੇਲਾ ਹੋ ਗਿਆ ਜੀ ਨਿੱਕੀ ਜੀ ਬ੍ਰੇਕ ਦਾ, ਬ੍ਰੇਕ 'ਤੇ ਜਾਂਦੇ ਹਾਂ, ਮੁੜ ਕੇ ਵਾਪਸ ਆਵਾਂਗੇ ਅਤੇ ਸ਼ਾਇਰੀ ਸੁਣਾਂਗੇ। ਰਹਿਣਾ ਸਾਡੇ ਨਾਲ ਹੈ।